ਖਜ਼ਰ ਸਾਹਿਬ ਜੋ ਕੱਲ੍ਹ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ ਮਲੇਰਕੋਟਲਾ ਦੇ ਵਿੱਚ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ, ਉਹ ਕਾਲ ਇਸ ਲਈ ਦਿੱਤੀ ਗਈ ਸੀ ਕਿਉਂਕਿ ਜੋ ਅੱਜ ਕੱਲ੍ਹ ਹਾਲਾਤ ਭਾਰਤ ਦੇ ਵਿੱਚ ਬਣਦੇ ਜਾ ਰਹੇ ਨੇ, ਜੋ ਤੁਸੀਂ ਪਿਛਲੇ ਦਿਨਾਂ ਤੋਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਅਜ਼ਾਨ ਨੂੰ ਮੁੱਦਾ ਬਣਾਇਆ ਜਾ ਰਿਹਾ। ਉਸ ਤੋਂ ਪਹਿਲਾਂ ਅਸੀਂ ਦੇਖਿਆ ਸੀਗਾ ਮੰਗਲੁਰੂ ਦੇ ਵਿੱਚ ਹਿਜਾਬ ਤੋਂ ਸ਼ੁਰੂ ਹੋਈ ਹੈ ਇਹ ਗੱਲ, ਔਰ ਇੱਥੇ ਹੁਣ ਮਹਾਰਾਸ਼ਟਰ ਦੇ ਵਿੱਚ ਤੁਸੀਂ ਪਿਛਲੇ ਦਿਨੀ ਸੁਣਿਆ ਹੋਵੇਗਾ ਕਿ ਫਜਰ ਦੀ ਜਿਹੜੀ ਅਜ਼ਾਨ ਹੈ ਉਹ ਲਾਊਡ ਸਪੀਕਰ 'ਤੇ ਦੇਣ ਤੋਂ ਉੱਥੇ ਰੋਕ ਲਗਾ ਦਿੱਤੀ ਗਈ ਸੀ। ਔਰ ਉਸ ਤੋਂ ਬਾਅਦ ਜੋ ਕਰੌਲੀ ਦੇ ਵਿੱਚ ਹੋਇਆ, ਜੋ ਦੇਵਰੀਆ ਦੇ ਵਿੱਚ ਹੋਇਆ, ਜੋ ਗੁਜਰਾਤ ਦੇ ਵਿੱਚ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਤਾਂ ਇਹ ਜਿਹੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ, ਜਿਹੜਾ ਇੱਕ ਘੱਟ ਗਿਣਤੀ ਤੋਂ ਡਰਾਵਾ ਦਿਲਾ ਕੇ ਵੱਧ ਗਿਣਤੀ ਕੋਲੋਂ ਵੋਟਾਂ ਲੈਣ ਦੀ ਜੋ ਰਾਜਨੀਤੀ ਹੈ, ਜਿਵੇਂ 20% ਤੋਂ ਡਰਾ ਕੇ 80% ਤੋਂ ਇਹ ਵੋਟ ਮੰਗ ਰਹੇ ਨੇ। ਜਿਹੜਾ ਅੱਗੇ ਆਉਣ ਵਾਲਾ ਇਲੈਕਸ਼ਨ ਹੈ ਗੁਜਰਾਤ ਦਾ, ਔਰ ਜੋ ਪਾਰਲੀਮੈਂਟ ਦੇ ਇਲੈਕਸ਼ਨ ਹੋਣੇ ਨੇ 2024 ਦੇ ਵਿੱਚ, ਤਾਂ ਉਹਦੀ ਇਹ ਸਾਰੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਅਸੀਂ ਇਹਦੇ ਸੰਬੰਧ ਦੇ ਵਿੱਚ ਕੱਲ੍ਹ ਰਾਸ਼ਟਰਪਤੀ ਜੀ ਨੂੰ ਇੱਕ ਮੰਗ ਪੱਤਰ ਭੇਜਿਆ ਜਿਹਦੇ ਵਿੱਚ ਅਸੀਂ ਲਿਖਿਆ ਕਿ ਜਿਹੜਾ ਭਾਰਤ ਦਾ ਮੁਸਲਮਾਨ ਹੈ, ਇਹ ਜਿਸ ਟਾਈਮ 1947 ਦੇ ਵਿੱਚ ਵੰਡ ਹੋਈ ਸੀ, ਉਸ ਟਾਈਮ ਸਾਡੇ ਕੋਲ ਇੱਕ ਚੋਇਸ ਸੀਗੀ ਕਿ ਅਸੀਂ ਧਰਮ ਦੇ ਆਧਾਰ ਦੇ ਉੱਪਰ ਵੰਡਿਆ ਗਿਆ ਜਿਹੜਾ ਦੇਸ਼ ਹੈ, ਮੁਲਕ ਹੈ ਪਾਕਿਸਤਾਨ, ਉੱਥੇ ਚਲੇ ਜਾਈਏ। ਮਗਰ ਇੱਥੇ ਸਾਨੂੰ ਫਖਰ ਹੈ, ਸਾਡੇ ਜਿਹੜੇ ਪੂਰਵਜ ਸੀਗੇ, ਸਾਡੇ ਜਿਹੜੇ ਬਾਪ ਦਾਦੇ ਸੀਗੇ, ਉਹਨਾਂ ਨੇ ਜੋ ਡਿਸੀਜ਼ਨ ਲਏ ਨੇ ਕਿ ਇਸੇ ਮੁਲਕ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਇਸੇ ਮੁਲਕ ਦੇ ਵਿੱਚ ਜੀਵਾਂਗੇ ਔਰ ਮਰਨ ਤੋਂ ਬਾਅਦ ਇਸੀ ਮਿੱਟੀ ਦੇ ਵਿੱਚ ਅਸੀਂ ਦਫਨ ਹੋਵਾਂਗੇ। ਇਸ ਜਿਹੜੇ ਡਿਸੀਜ਼ਨ ਦੇ ਉੱਪਰ ਸਾਨੂੰ ਅੱਜ ਵੀ ਫਖਰ ਹੈ। ਔਰ ਇਸ ਮੁਲਕ ਦੀ ਤਰੱਕੀ ਵਾਸਤੇ ਔਰ ਮੁਲਕ ਦੀ ਪਹਿਲਾਂ ਆਜ਼ਾਦੀ ਵਾਸਤੇ ਮੁਸਲਮਾਨਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ, ਔਰ ਮੁਲਕ ਦੀ ਤਰੱਕੀ ਲਈ ਜਿਹੜੇ ਅਬੁਲ ਕਲਾਮ ਆਜ਼ਾਦ ਜੀ ਨੇ ਜਿਹੜੇ ਮਿਸਾਈਲਾਂ ਦੀ ਇੱਕ ਖੋਜ ਕੀਤੀ ਸੀ, ਔਰ ਜਿਹਦਾ ਕਿ ਅੱਜ ਜਿਹੜਾ ਸਾਡਾ ਡਿਫੈਂਸ ਸਿਸਟਮ ਇੰਨਾ ਮਜ਼ਬੂਤ ਹੈ ਜਿਹਦੇ ਨਾਲ ਕਿ ਦੂਸਰੇ ਜਿਹੜੇ ਗੁਆਂਢੀ ਮੁਲਕ ਸਾਡੇ ਭਾਰਤ ਵੱਲ ਨਹੀਂ ਅੱਖ ਚੱਕ ਕੇ ਦੇਖ ਸਕਦੇ, ਉਹਦੇ ਵਿੱਚ ਇੱਕ ਬਹੁਤ ਬੜਾ ਹੱਥ ਅਬੁਲ ਕਲਾਮ ਆਜ਼ਾਦ ਦਾ ਵੀ ਸੀ। ਔਰ ਵੀਰ ਅਬਦੁਲ ਹਮੀਦ ਜਦੋਂ ਪਾਕਿਸਤਾਨ ਵੱਲੋਂ ਭਾਰਤ 'ਤੇ ਅਟੈਕ ਕੀਤਾ ਗਿਆ ਸੀ, ਤਾਂ ਸਭ ਤੋਂ ਜ਼ਿਆਦਾ ਉਸ ਇਕੱਲੇ ਬੰਦੇ ਨੇ ਪਾਕਿਸਤਾਨ ਦੇ ਟੈਂਕਾਂ ਨੂੰ ਨਿਸ਼ਾਨਾ ਬਣਾ ਕੇ ਔਰ ਫਿਰ ਵੀਰ ਗਤੀ ਨੂੰ ਪ੍ਰਾਪਤ ਹੋਏ ਸੀ, ਔਰ ਪਰਮਵੀਰ ਚੱਕਰ ਉਹਨਾਂ ਨੂੰ ਮਰਨ ਉਪਰੰਤ ਮਿਲਿਆ ਸੀ। ਇਹ ਸਾਡੀ ਹਿਸਟਰੀ ਹੈ। ਔਰ ਜਿਹੜੇ ਲੋਕ ਇਸ ਚਾਹੁੰਦੇ ਨੇ ਕਿ ਮੁਸਲਮਾਨਾਂ ਨੂੰ ਅਸੀਂ ਦਬਾ ਲਾਂਗੇ, ਅਸੀਂ ਬਾਹਰ ਕੱਢ ਦਾਂਗੇ ਮੁਲਕ ਤੋਂ, ਤਾਂ ਬਹੁਤ ਬੜੇ ਭੁਲੇਖੇ 'ਚ ਨੇ। ਉਹ ਇਸਲਾਮ ਦੀ ਤਾਰੀਖ ਚੱਕ ਕੇ ਦੇਖ ਲੈਣ। ਇਸਲਾਮ 313 ਤੋਂ ਸਾਰੀ ਦੁਨੀਆ ਦੇ ਵਿੱਚ ਅੱਜ ਕਰੋੜਾਂ ਦੇ ਵਿੱਚ, ਅਰਬਾਂ ਦੇ ਵਿੱਚ ਮੁਸਲਮਾਨ ਨੇ। ਇਹ ਨਾ ਦਬ ਸਕਦੇ ਨੇ, ਨਾ ਝੁਕ ਸਕਦੇ ਨੇ, ਔਰ ਨਾ ਹੀ ਇਹਨਾਂ ਨੂੰ ਖ਼ਤਮ ਕੀਤਾ ਜਾ ਸਕਦਾ। ਇਸ ਲਈ ਇਹ ਜੋ ਆਪਣੇ ਕੋਈ ਵਹਿਮ ਪਾਲੀ ਫਿਰਦੇ ਨੇ, ਤਾਂ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਸਿਵਾਏ ਆਪਣੀ ਬਰਬਾਦੀ ਤੋਂ ਹੋਰ ਕੁਛ ਨਹੀਂ ਪਲਾਨ ਕਰ ਰਹੇ। ਇਸ ਲਈ ਅੱਜ ਜਿਹੜੀ ਜ਼ਰੂਰਤ ਹੈ ਉਹ ਹੈ ਕਿ ਸਾਰੇ ਅਸੀਂ ਇਕੱਠੇ ਹੋ ਕੇ, ਹਿੰਦੂ ਮੁਸਲਮਾਨ ਸਾਰੇ ਭਾਈਚਾਰੇ ਇਕੱਠੇ ਹੋ ਕੇ ਆਪਾਂ ਦੇਸ਼ ਦੀ ਤਰੱਕੀ ਵਾਸਤੇ ਜਿਹੜਾ ਕੰਮ ਕਰੀਏ। ਔਰ ਜਿਹੜੇ ਕੁਛ % ਲੋਕ ਨੇ ਇਹ ਜਿਹੜੇ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ, ਜੇ ਅਸੀਂ ਦੇਖਿਆ ਜਾਵੇ ਤਾਂ ਮੈਂ ਇਹ ਵੀ ਇੱਕ ਤੁਹਾਡੀ ਨੌਲੇਜ ਦੇ ਵਿੱਚ ਲੈ ਕੇ ਆਉਣਾ ਚਾਹੂੰਗਾ ਕਿ ਜਿਹੜਾ ਸਾਡਾ ਹਿੰਦੂ ਭਾਈਚਾਰਾ ਉਹ ਜਿਹੜਾ ਬਹੁ ਗਿਣਤੀ ਦੇ ਵਿੱਚ ਉਹ ਵੀ ਇਹ ਚਾਹੁੰਦਾ ਕਿ ਸਾਰੇ, ਜਿਵੇਂ ਸਦੀਆਂ ਤੋਂ ਅਸੀਂ ਇੱਥੇ ਮਿਲ ਜੁਲ ਕੇ ਰਹਿੰਦੇ ਆਏ ਹਾਂ, ਜਿਵੇਂ ਅਸਲ ਜੋ ਹਿੰਦੂਇਜ਼ਮ ਹੈ ਉਹਨੂੰ ਜਿਹੜੇ ਫੋਲੋ ਕਰਦੇ ਨੇ ਕਿ ਅਹਿੰਸਾ ਪਰਮੋ ਧਰਮ, ਵੀ ਜਿੱਥੇ ਸਾਡੇ ਇਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਸਾਡੇ ਹਿੰਦੂ ਵੀਰਾਂ ਦੇ ਲਿਖਿਆ ਹੋਇਆ ਕਿ ਕਦੇ ਵੀ ਜੋ ਬੰਦਾ ਸਵਾਰਥ ਹੇਤੂ ਹਿੰਸਾ ਕਰੇਗਾ ਧਰਮ ਦੇ ਨਾਮ 'ਤੇ ਤਾਂ ਉਹ ਅਧਰਮੀ ਹੈ। ਔਰ ਬਲਕਿ ਇਹ ਰੂਲਸ ਲਿਖੇ ਹੋਏ ਨੇ ਰਿਗਵੇਦ ਦੇ ਵਿੱਚ ਵੀ ਕਿ ਅਗਰ ਕਿਤੇ ਜੰਗ ਦੇ ਉੱਪਰ ਵੀ ਜਾਣਾ ਤਾਂ ਤੁਸੀਂ ਉੱਥੇ ਔਰਤਾਂ ਬੱਚਿਆਂ ਦੇ ਉੱਪਰ ਹਮਲਾ ਨਹੀਂ ਕਰਨਾ। ਜਦ ਕਿ ਅੱਜ ਜਿਹੜੇ ਇਹ ਜੋ ਸੋ ਕਾਲਡ ਲੀਡਰ ਬਣੇ ਹੋਏ ਨੇ, ਇਹ ਧਮਕੀਆਂ ਦਿੰਦੇ ਨੇ ਕਿ ਮੁਸਲਿਮ ਜਿਹੜੀ ਲੇਡੀਜ਼ ਨੇ ਵੀ ਉਹਨਾਂ ਨਾਲ ਬਲਾਤਕਾਰ ਕਰੋ, ਇਸ ਤਰੀਕੇ ਦੇ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ। ਤਾਂ ਇਹ ਧਰਮ ਨਹੀਂ ਹੋ ਸਕਦਾ ਜੋ ਅਸਲ ਹਿੰਦੂਇਜ਼ਮ ਨੂੰ ਫੋਲੋ ਕਰਦੇ ਨੇ। ਔਰ ਮੈਂ ਤੁਹਾਨੂੰ ਜਾਣ ਕੇ ਇਹ ਖੁਸ਼ੀ ਹੋਏਗੀ ਕਿ ਔਨਰੇਬਲ ਸੁਪਰੀਮ ਕੋਰਟ ਨੇ ਜੋ ਬੁਲਡੋਜ਼ਰਾਂ ਦੇ ਉੱਪਰ ਰੋਕ ਲਗਾਈ ਸੀ, ਜਿਹੜੇ ਜਹਾਂਗੀਰਪੁਰੀ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਉੱਥੇ ਮੁਸਲਿਮਸ ਦੇ ਉੱਪਰ ਇੱਕ ਤਰਫਾ ਕਾਰਵਾਈ ਕੀਤੀ ਗਈ ਸੀ, ਉਹ ਜਿਹੜੇ ਬੁਲਡੋਜ਼ਰ ਰੋਕੇ ਗਏ ਸੀਗੇ, ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਸੰਜੇ ਹੇਗੜੇ ਸਾਹਿਬ
ਦੁਸ਼ਯੰਤ ਦਵੇ ਸਾਹਿਬ, ਕਪਿਲ ਸਿੱਬਲ ਸਾਹਿਬ, ਪ੍ਰਸ਼ਾਂਤ ਭੂਸ਼ਣ ਜੀ, ਇਹ ਸਾਰੇ ਹਿੰਦੂ ਭਾਈਚਾਰੇ ਦੇ ਵਿੱਚੋਂ ਹੀ ਸੀ। ਇਹਨਾਂ ਵੱਲੋਂ ਹੀ ਪੇਸ਼ ਹੋ ਕੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਉੱਥੇ ਹਾਂ ਦਾ ਨਾਅਰਾ ਮਾਰਿਆ ਗਿਆ ਔਰ ਆਨਰੇਬਲ ਸੁਪਰੀਮ ਕੋਰਟ ਨੇ ਉੱਥੇ ਰੋਕ ਲਗਾਈ। ਮਗਰ ਅਫਸੋਸ ਦੀ ਗੱਲ ਇਹ ਸੀ ਕਿ ਇਹ ਤਾਕਤਾਂ ਨੇ, ਇਹ ਆਨਰੇਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ 2 ਘੰਟੇ ਤੱਕ ਬੁਲਡੋਜ਼ਰ ਉੱਥੇ ਚੱਲਦਾ ਰਿਹਾ, ਜਿੱਥੋਂ ਇੱਕ ਖਤਰੇ ਦੀ ਘੰਟੀ ਹੈ ਵੀ ਜਿਹੜੇ ਲੋਕ ਕਾਨੂੰਨ ਤੋਂ ਵੀ ਉੱਪਰ ਆਪਣੇ ਆਪ ਨੂੰ ਸਮਝਦੇ ਨੇ। ਮੈਂ ਇਹ ਗੁਜ਼ਾਰਿਸ਼ ਕਰਦਾ ਬਹੁ ਗਿਣਤੀ ਜਿਹੜੇ ਸਾਡੇ ਹਿੰਦੂ ਵੀਰ ਨੇ ਇੱਥੇ ਭਾਰਤ ਦੇ ਵਿੱਚ, ਕਿ ਅਸੀਂ ਇਹਨਾਂ ਤਾਕਤਾਂ ਨੂੰ ਅਸੀਂ ਪਹਿਚਾਨੀਏ ਕਿ ਜਿਹੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ, ਜਿਹੜੇ ਸਾਡੇ ਰੁਜ਼ਗਾਰ ਦੇ ਮੁੱਦਿਆਂ ਨੂੰ, ਸਾਡੇ ਚੰਗੇ ਭਵਿੱਖ ਨੂੰ, ਹੈਲਥ ਫੈਸਿਲਿਟੀਜ਼ ਨੂੰ, ਐਜੂਕੇਸ਼ਨਲ ਫੈਸਿਲਿਟੀਜ਼ ਨੂੰ ਜਿਹੜੇ ਤਾਕ ਦੇ ਉੱਪਰ ਰੱਖ ਕੇ ਸਿਰਫ ਧਰਮ ਦੇ ਨਾਮ ਦੇ ਉੱਪਰ ਵੋਟਾਂ ਮੰਗ ਰਹੇ ਨੇ ਤਾਂ ਦੇਸ਼ ਦੀ ਤਰੱਕੀ ਨਹੀਂ ਕਰ ਰਹੇ। ਇਹ ਸਾਨੂੰ ਬਹੁਤ ਜ਼ਿਆਦਾ ਪਿੱਛੇ ਲੈ ਜਾਣਗੇ। ਅਸੀਂ ਅਗਰ ਤਰੱਕੀ ਕਰਨੀ ਹੈ ਮੁਲਕ ਦੀ ਤਾਂ ਧਰਮ ਨੂੰ ਆਪਣੀ ਜਗ੍ਹਾ ਰੱਖੀਏ, ਔਰ ਜਿਹੜੀਆਂ ਅਸੀਂ ਵੋਟਾਂ ਪਾਉਂਦੇ ਹਾਂ ਉਹ ਅਸੀਂ ਚੰਗੇ ਭਵਿੱਖ ਦੇ ਲਈ, ਸਾਡੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ, ਚੰਗੀ ਹੈਲਥ ਫੈਸਿਲਿਟੀਜ਼ ਲਈ, ਚੰਗੇ ਇਨਫਰਾਸਟਰਕਚਰ ਦੇ ਲਈ, ਇਸੇ ਲਈ ਅਸੀਂ ਵੋਟਾਂ ਪਾਉਂਦੇ ਹਾਂ। ਤਾਂ ਅਸੀਂ ਉਹਨੂੰ ਉੱਥੇ ਤੱਕ ਹੀ ਰੱਖੀਏ। ਵੋਟਾਂ ਦੇ ਵੇਲੇ ਅਸੀਂ ਧਰਮ ਨੂੰ ਸਾਹਮਣੇ ਨਾ ਲੈ ਕੇ ਆਈਏ। ਜੇ ਅਸੀਂ ਵੋਟਾਂ ਦੇ ਵਿੱਚ ਵੀ ਧਰਮ ਨੂੰ ਅੱਗੇ ਰੱਖ ਕੇ ਚੱਲਾਂਗੇ ਤਾਂ ਮੈਨੂੰ ਨਹੀਂ ਲੱਗਦਾ ਹੈ ਕਿ ਜਿਹੜੇ ਸਾਡੇ 'ਤੇ ਰਾਜ ਕਰਨਗੇ ਉਹ ਡਿਵੈਲਪਮੈਂਟ ਨੂੰ ਕੋਈ ਅਹਿਮੀਅਤ ਦੇਣਗੇ। ਉਹ ਸਿਰਫ ਤੁਹਾਨੂੰ ਧਾਰਮਿਕ ਮੁੱਦਿਆਂ ਦੇ ਵਿੱਚ ਹੀ, ਹਿੰਦੂ ਮੁਸਲਿਮਸ ਦੇ ਵਿੱਚ ਹੀ ਉਲਝਾਈ ਰੱਖਣਗੇ। ਮੇਰੀ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ, ਜਿੱਥੇ ਵੀ ਕਿਤੇ ਘੱਟ ਗਿਣਤੀਆਂ ਦੇ ਉੱਪਰ, ਜਿਵੇਂ ਬੰਗਲੁਰੂ ਦੇ ਵਿੱਚ ਜਿੱਥੇ ਮੁਸਲਿਮ ਭੈਣ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਹਿਜਾਬ ਨੂੰ ਲੈ ਕੇ, ਉੱਥੇ ਗੁੰਡਿਆਂ ਦੀ ਭੀੜ ਵੱਲੋਂ, ਉੱਥੇ ਇੱਕ ਗੁਰਸਿੱਖ ਭੈਣ ਨੂੰ ਵੀ ਕੇਸ ਕੀ ਸਜਾਉਣ ਦੇ ਉੱਪਰ ਰੋਕ ਲਗਾਈ ਗਈ ਅਤੇ ਇੱਕ ਛੋਟਾ ਬੱਚਾ ਜਿਹੜਾ ਸੀਗਾ ਉਹਨੂੰ ਐਡਮਿਸ਼ਨ ਦੇਣ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ ਗਿਆ ਸੀ ਕਿ ਉਹ ਪਟਕਾ ਬੰਨ੍ਹਦਾ ਸੀ। ਇਸ ਲਈ ਅੱਜ ਜੋ ਹਾਲਾਤ ਬਣਾਏ ਜਾ ਰਹੇ ਨੇ ਇਹ ਸਾਰੀ ਮਾਈਨੋਰਿਟੀਜ਼ ਦੇ ਲਈ ਖਤਰਨਾਕ ਨੇ। ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਇਹਦੇ ਉੱਤੇ ਕੰਮ ਕਰਨਾ ਚਾਹੀਦਾ, ਸਾਰਿਆਂ ਨੂੰ ਇਕੱਠੇ ਮਿਲ ਕੇ ਇਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਇੱਕ ਪਲੇਟਫਾਰਮ ਦੇ ਉੱਪਰ ਸਾਨੂੰ ਇਕੱਠਾ ਹੋਣਾ ਚਾਹੀਦਾ। ਔਰ ਅੱਜ ਜੋ ਹਾਲਾਤ ਇਹ ਮੁਲਕ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਹ ਤੋਂ ਸਿਰਫ ਇੱਕੋ ਹੀ ਤਰੀਕੇ ਦੇ ਨਾਲ ਅਸੀਂ ਛੁਟਕਾਰਾ ਪਾ ਸਕਦੇ ਹਾਂ, ਜੇ ਅਸੀਂ ਲੋਕਾਂ ਨੂੰ ਐਜੂਕੇਟ ਕਰ ਦਾਂਗੇ, ਲੋਕਾਂ ਨੂੰ ਸਮਝਾਵਾਂਗੇ, ਲੋਕਾਂ ਨੂੰ ਉਹਨਾਂ ਦੇ ਜੋ ਹੱਕ ਨੇ ਉਹਨਾਂ ਦੇ ਪ੍ਰਤੀ ਜਾਗਰੂਕ ਕਰਾਂਗੇ, ਔਰ ਲੋਕਾਂ ਨੂੰ ਇਹਦੀ ਧਰਮ ਦੀ ਔਰ ਜਿਹੜੀ ਨਫ਼ਰਤ ਦੀ ਇੱਕ ਰਾਜਨੀਤੀ ਕੀਤੀ ਜਾ ਰਹੀ ਹੈ ਇਹਦੇ ਵਿੱਚੋਂ ਬਾਹਰ ਕੱਢ ਕੇ ਸਹੀ ਰਸਤੇ ਦੇ ਉੱਪਰ ਉਹਨਾਂ ਨੂੰ ਵੋਟ ਦਾ, ਉਹਨਾਂ ਦਾ ਜੋ ਹੱਕ ਹੈ ਕਿ ਇਹ ਵੋਟ ਅਸੀਂ ਕਿਉਂ ਪਾਉਣੀ ਹੈ ਔਰ ਇਹਦੇ ਅੱਗੇ ਜਾ ਕੇ ਕੀ ਫਾਇਦੇ ਹੋਣੇ ਨੇ, ਇਹ ਅਗਰ ਅਸੀਂ ਸਮਝਾਉਣ ਦੇ ਵਿੱਚ ਉਹਨਾਂ ਨੂੰ ਕਾਮਯਾਬ ਹੋਈਏ ਕਿ ਵੋਟ ਅਸੀਂ ਡਿਵੈਲਪਮੈਂਟ ਨੂੰ ਪਾਈਏ ਨਾ ਕਿ ਅਸੀਂ ਧਰਮ ਨੂੰ, ਤਾਂ ਮੈਨੂੰ ਲੱਗਦਾ ਬਹੁਤ ਹੱਦ ਤੱਕ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਵਾਂਗੇ। ਇਸ ਤੋਂ ਇਲਾਵਾ ਜੋ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਅਸੀਂ ਮੰਗ ਪੱਤਰ ਭੇਜਿਆ ਉਹਦੇ ਵਿੱਚ ਅਸੀਂ ਇਹ ਚੀਜ਼ਾਂ ਮੈਂਸ਼ਨ ਵੀ ਕੀਤੀਆਂ ਨੇ ਕਿ ਮੈਂ ਕੱਲ੍ਹ ਵੀ ਦੱਸਿਆ ਸੀਗਾ ਉੱਥੇ ਕਿ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨਾ ਵੀ ਜਿਹੜਾ ਹੈਗਾ ਉਹ ਸਰਕਾਰਾਂ ਦਾ ਫਰਜ਼ ਹੁੰਦਾ, ਕਿਉਂਕਿ ਜਿਹੜੀਆਂ ਸਰਕਾਰਾਂ ਇਲੈਕਟ ਹੋਈਆਂ ਨੇ, ਜਿਹੜਾ ਆਨਰੇਬਲ ਪ੍ਰਾਈਮ ਮਿਨਿਸਟਰ ਬੈਠੇ ਨੇ ਜਾਂ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੇ, ਤਾਂ ਉਹ ਵੀ ਤਾਂ ਹੀ ਬੈਠੇ ਨੇ ਜੇ ਉਹਨਾਂ ਨੂੰ ਕੰਸਟੀਟਿਊਸ਼ਨਲ ਉਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਨੇ, ਉਹਦੇ ਮੁਤਾਬਕ ਹੀ ਉੱਥੇ ਬੈਠੇ ਨੇ ਉਹ, ਤਾਂ ਉਹਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ। ਉਹਦੇ ਵਿੱਚ ਮੈਂ ਆਰਟੀਕਲ 14 ਤੋਂ ਲੈ ਕੇ 27 ਤੱਕ ਮੈਂ ਕੱਲ੍ਹ ਮੈਂਸ਼ਨ ਕੀਤੇ ਸੀਗੇ ਕਿ ਆਰਟੀਕਲ 14 ਜਿਹੜਾ ਹੈ ਕਿ ਅਸੀਂ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਜਿਵੇਂ ਕਿ ਦਿੱਲੀ ਦੇ ਵਿੱਚ ਹੋਇਆ ਕਿ ਮਸਜਿਦ ਦੇ ਸਾਹਮਣੇ ਤਾਂ ਬੁਲਡੋਜ਼ਰ ਉਹਨਾਂ ਨੇ ਚਲਾ ਦਿੱਤਾ ਦਰਵਾਜ਼ੇ ਦੇ ਉੱਪਰ, ਔਰ ਉਹਦੇ ਬਰਾਬਰ ਇੱਕ ਹੋਰ ਧਾਰਮਿਕ ਸਥਾਨ ਸੀਗਾ ਉਹਨੂੰ ਛੱਡ ਦਿੱਤਾ ਗਿਆ ਧਰਮ ਦੇ ਆਧਾਰ 'ਤੇ। ਇਹ ਨਹੀਂ ਹੋ ਸਕਦਾ, ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਆਰਟੀਕਲ 15 ਜਿਹੜਾ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਸਾਡੇ ਨਾਲ, ਜ਼ਾਤ ਬਰਾਦਰੀ ਧਰਮ ਦੇ ਨਾਮ ਦੇ ਉੱਪਰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ, ਇਹ ਵੀ ਸਾਨੂੰ ਆਰਟੀਕਲ 15 ਇਹਦੇ ਵਿੱਚ ਹੱਕ ਦਿੰਦਾ। ਆਰਟੀਕਲ 19 ਸਾਨੂੰ ਰਾਈਟ ਟੂ ਚੋਇਸ ਹੈ ਵੀ ਅਸੀਂ ਕੀ ਖਾਣਾ, ਕੀ ਪਹਿਨਣਾ, ਕਿਹੜੇ ਧਰਮ ਨੂੰ ਮੰਨਣਾ, ਕਿਸ ਤਰੀਕੇ ਦਾ ਅਸੀਂ ਪਹਿਰਾਵਾ ਪਹਿਨਣਾ, ਇਹ ਕੀ ਅਸੀਂ ਬੋਲਣਾ ਹੈ, ਫਰੀਡਮ ਫॉर ਐਕਸਪ੍ਰੈਸ਼ਨ ਐਂਡ ਸਪੀਚ ਦਾ ਜਿਹੜਾ ਸਾਨੂੰ ਉਹਦੇ ਵਿੱਚ ਹੱਕ ਮਿਲੇ ਹੋਏ ਨੇ। ਤਾਂ ਮੈਂ ਇੱਕ ਹੋਰ ਇਹਨਾਂ ਨੂੰ ਯਾਦ ਕਰਾਊਂਗਾ ਕਿ ਜਿਹੜਾ ਬੱਚੀ ਨੂੰ ਮੰਗਲੁਰੂ ਦੇ ਵਿੱਚ ਰੋਕਿਆ ਗਿਆ ਸੀਗਾ ਕਿ ਐਜੂਕੇਸ਼ਨਲ ਅਦਾਰੇ ਦੇ ਵਿੱਚ ਨਹੀਂ ਆਉਣਾ ਹਿਜਾਬ ਪਾ ਕੇ, ਤਾਂ ਉਹ ਵੀ ਸਾਡਾ ਜਿਹੜਾ ਆਰਟੀਕਲ 21A ਰਾਈਟ ਟੂ ਐਜੂਕੇਸ਼ਨ ਹੈ, ਉਸ ਬੱਚੀ ਦਾ ਹੱਕ ਸੀਗਾ ਐਜੂਕੇਸ਼ਨ, ਉਹਨੂੰ ਰੋਕਣਾ, ਉਹਦਾ ਉਲੰਘਣਾ ਕੀਤੀ ਉਹਨਾਂ ਨੇ। ਔਰ ਆਰਟੀਕਲ 25 to 27 ਸਾਨੂੰ
ਜਿਹੜਾ ਧਾਰਮਿਕ ਆਜ਼ਾਦੀ ਦਿੰਦਾ ਕਿ ਅਸੀਂ ਕਿਹੜੇ ਧਰਮ ਨੂੰ ਮੰਨਣਾ, ਪ੍ਰੋਪੋਗੇਟ ਕਰਨਾ, ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ, ਇਹ ਸਾਨੂੰ ਆਰਟੀਕਲ 25 to 27 ਇਹ ਸਾਨੂੰ ਹੱਕ ਦਿੰਦੇ ਨੇ। ਤਾਂ ਇਹਨਾਂ ਦੀ ਜਿਹੜੀ ਰੱਖਿਆ ਕਰਨੀ ਜੋ ਇਹ ਅੱਜ ਕੱਲ੍ਹ ਹੁਣ ਇਹ ਉਹਦੀਆਂ ਤਰਜੀਹਾਂ ਉਡਾ ਰਹੇ ਨੇ, ਉਹਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ। ਜਦ ਕਿ ਲਗਾਤਾਰ ਐਸੇ ਲੋਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜੋ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਨੇ, ਜੋ ਲਗਾਤਾਰ ਮੁਸਲਿਮ ਏਰੀਆ ਦੇ ਵਿੱਚ ਜਾ ਕੇ ਜੋ ਜਦੋਂ ਵੀ ਕੋਈ ਸ਼ੋਭਾ ਯਾਤਰਾ ਦੇ ਨਾਮ ਦੇ ਉੱਪਰ ਜਾਂ ਕੋਈ ਵੀ ਐਸੀ ਧਾਰਮਿਕ ਜਿਹੜਾ ਇਕੱਠ ਹੁੰਦਾ, ਉੱਥੇ ਕਈ ਲੋਕ ਵਿੱਚ ਉਹਦੇ ਸ਼ਾਮਿਲ ਹੋ ਕੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਹਥਿਆਰਾਂ ਦੀ ਨੁਮਾਇਸ਼ ਕਰਦੇ ਨੇ। ਉਹ ਮਸਜਿਦਾਂ ਦੇ ਸਾਹਮਣੇ ਜਾ ਕੇ ਗਲਤ ਢੰਗ ਦੇ ਨਾਲ ਨਾਅਰੇਬਾਜ਼ੀ ਕਰਦੇ ਨੇ ਔਰ ਕਈ ਜਗ੍ਹਾ ਦੇ ਉੱਪਰ ਮਸਜਿਦਾਂ ਦੇ ਉੱਪਰ ਝੰਡੇ ਵੀ ਫਹਿਰਾਏ ਗਏ ਨੇ। ਤਾਂ ਇਹ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾ ਸਕਦਾ। ਭਾਰਤ ਦਾ ਜਿਹੜਾ ਮੁਸਲਮਾਨ ਹੈ ਅਮਨ ਪਸੰਦ ਸ਼ਹਿਰੀ ਆ, ਮਗਰ ਸਾਡੇ ਸਬਰ ਨੂੰ ਅਜ਼ਮਾਇਆ ਨਾ ਜਾਵੇ, ਕਿਉਂਕਿ ਅਸੀਂ ਵੀ ਇਸ ਮੁਲਕ ਦੀ ਤਰੱਕੀ ਦੇ ਵਿੱਚ ਹਿੱਸੇਦਾਰ ਆ। ਇਸ ਮੁਲਕ ਦੇ ਵਿੱਚ ਅਸੀਂ ਇੱਥੇ ਹੀ ਪੈਦਾ ਹੋਏ ਹਾਂ ਔਰ ਇੱਥੇ ਹੀ ਇਨਸ਼ਾਅੱਲਾ ਮਰਾਂਗੇ। ਮਗਰ ਜੇ ਕੋਈ ਕਿਸੇ ਨੂੰ ਇਹ ਹੈ ਕਿ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਕੇ ਅਸੀਂ ਕਿਸੇ ਦੂਸਰੇ ਮੁਲਕ ਦੇ ਵਿੱਚ ਭੇਜ ਦਾਂਗੇ, ਕੱਢ ਦਾਂਗੇ, ਤਾਂ ਉਹ ਸਿਵਾਏ ਗੁੰਮਰਾਹੀ ਤੋਂ ਕਿਤੇ ਨਹੀਂ ਖੜ੍ਹੇ। ਇਸ ਲਈ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਸਾਰੇ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਇਸ ਮੁਲਕ ਦੀ ਤਰੱਕੀ ਵੱਲ ਨੂੰ ਜਾਈਏ, ਨਾ ਕਿ ਅਸੀਂ ਆਪਸ ਦੇ ਵਿੱਚ ਫੁੱਟ ਪਾ ਕੇ ਆਪਸ 'ਚ ਵੰਡੀਆਂ ਪਾ ਕੇ ਇਸ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਬਜਾਏ ਅਸੀਂ ਇਕੱਠੇ ਹੋ ਕੇ ਜਿਹੜੇ ਚਾਈਨਾ ਕਈ ਕਿਲੋਮੀਟਰ, ਕਈ 100 ਕਿਲੋਮੀਟਰ ਅੰਦਰ ਭਾਰਤ ਦੇ ਵਿੱਚ ਦਾਖਲ ਹੋ ਕੇ ਇੱਥੇ ਕਬਜ਼ਾ ਕਰ ਚੁੱਕਿਆ ਹੈ। ਪਾਕਿਸਤਾਨ ਦੇ ਜਿਹੜੇ ਹਾਲਾਤ ਚੱਲ ਰਹੇ ਨੇ, ਕਿਸੇ ਵੀ ਟਾਈਮ ਉੱਥੇ ਜਿਹੜੇ ਦੂਸਰੇ ਮੁਲਕਾਂ ਦੇ ਇਸ਼ਾਰੇ 'ਤੇ ਚੱਲ ਰਿਹਾ, ਉਹਦੇ ਤੋਂ ਵੀ ਸਾਨੂੰ ਖਤਰਾ ਵਧਿਆ ਹੋਇਆ। ਅਸੀਂ ਸਾਰੇ ਮਿਲ ਜੁਲ ਕੇ ਆਪਣੀ ਜਿਹੜੀ ਸਰਹੱਦਾਂ ਦੀ ਅਸੀਂ ਰਾਖੀ ਕਰੀਏ। ਔਰ ਮੈਨੂੰ ਬਹੁਤ ਜ਼ਿਆਦਾ ਫਖਰ ਹੈ ਜਿਹੜੀ ਇਸਲਾਮ ਦੀ ਤਾਰੀਖ ਹੈ ਕਿ ਇਸਲਾਮ ਸਾਨੂੰ ਸਿਖਾਉਂਦਾ ਵੀ ਜਿਸ ਮੁਲਕ ਦੇ ਵਿੱਚ ਰਹੋ ਉਸ ਦੀ ਵਫਾਦਾਰੀ ਕਰਨੀ ਹੈ। ਔਰ ਇਸੇ ਤਹਿਤ ਅੱਜ ਤੱਕ ਲੱਖਾਂ ਹੀ ਮੁਸਲਮਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਔਰ ਜਦੋਂ ਵੀ ਕਦੇ ਜ਼ਰੂਰਤ ਪਈ ਇਨਸ਼ਾਅੱਲਾ ਇਸ ਮੁਲਕ ਦੇ ਲਈ, ਤਾਂ ਹਰ ਮੁਸਲਮਾਨ ਆਪਣੀ ਜਾਨ ਮਾਰਨ ਨੂੰ ਅੱਜ ਵੀ ਤਿਆਰ ਹੈ। ਮਗਰ ਅਸੀਂ ਭਾਰਤ ਦੇ ਵਿੱਚ ਹੁਣ ਵੀ ਅਸੀਂ ਦੁਬਾਰਾ ਮੈਂ ਇੱਕ ਵਾਰੀ ਕਹਿਣਾ ਚਾਹੁੰਦਾ ਕਿ ਜੋ ਅੱਜ ਦੇ ਹਾਲਾਤ ਬਣਾਏ ਜਾ ਰਹੇ ਨੇ, ਧਰਮ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਹੈ, ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹਦੇ ਬਾਰੇ ਸਰਕਾਰ ਸੋਚੇ, ਇਹਦੇ ਬਾਰੇ ਕੋਈ ਠੋਸ ਰਣਨੀਤੀ ਬਣਾਵੇ ਅਤੇ ਅਜਿਹੇ ਲੋਕ ਜੋ ਐਸੀ ਰਣਨੀਤੀ ਬਣਾ ਕੇ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਨੇ, ਇਹਨਾਂ ਦੇ ਉੱਪਰ ਠੱਲ ਪਾਉਣ, ਇਹਨਾਂ ਦੇ ਖਿਲਾਫ ਕਾਨੂੰਨ ਬਣਾਏ ਜਾਣ। ਔਰ ਅਗਰ ਇਹਨਾਂ ਨੇ ਜਲਦੀ ਤੋਂ ਜਲਦੀ ਠੱਲ ਨਾ ਪਾਈ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਗੇ। ਜਦੋਂ ਕੋਈ ਇੱਦਾਂ ਦਾ ਮਾਹੌਲ ਕ੍ਰੀਏਟ ਹੁੰਦਾ ਤਾਂ ਕੀ ਮਤਲਬ ਮੈਸੇਜ ਤੁਸੀਂ ਲਾਓਗੇ ਇਹਦੇ 'ਤੇ? ਦੇਖੋ, ਸਭ ਤੋਂ ਪਹਿਲਾਂ ਸਬਰ ਨਾਲ ਅਸੀਂ ਕਾਨੂੰਨ ਕਿਸੇ ਵੀ ਬੰਦੇ ਨੇ ਹੱਥ ਦੇ ਵਿੱਚ ਨਹੀਂ ਲੈਣਾ। ਸਾਨੂੰ ਜਦੋਂ ਕਾਨੂੰਨ ਨੇ ਹੱਕ ਦਿੱਤੇ ਨੇ, ਸਾਨੂੰ ਸੰਵਿਧਾਨ ਨੇ ਹੱਕ ਦਿੱਤੇ ਨੇ ਕਿ ਅਸੀਂ ਪੁਰਅਮਨ ਤਰੀਕੇ ਦੇ ਨਾਲ ਆਪਣਾ ਵਿਰੋਧ ਦਰਜ ਕਰਾ ਸਕਦੇ ਹਾਂ, ਤਾਂ ਅਸੀਂ ਪਹਿਲਾਂ ਉਹੀ ਤਰੀਕਾ ਅਪਣਾਉਣਾ। ਕਿਤੇ ਵੀ ਅਗਰ ਕੋਈ ਸਾਨੂੰ ਪ੍ਰਵੋਕ ਕਰਦਾ, ਸਾਨੂੰ ਕੋਈ ਭੜਕਾਉਂਦਾ, ਕੋਈ ਉਕਸਾਉਂਦਾ, ਤਾਂ ਸਬਰ ਦੇ ਨਾਲ ਜੋ ਕਾਨੂੰਨ ਸਾਨੂੰ ਹੱਕ ਦਿੰਦਾ, ਕਾਨੂੰਨ ਦਾ ਰਸਤਾ ਅਸੀਂ ਅਪਣਾਉਣਾ। ਔਰ ਮੈਨੂੰ ਪੂਰਾ ਯਕੀਨ ਹੈ ਕਿ ਹਾਲੇ ਇੰਨੇ ਮਾੜੇ ਹਾਲਾਤ ਨਹੀਂ ਹੋਏ ਹੈਗੇ ਕਿ ਅਗਰ ਕੋਈ ਐਸਾ ਹੋਏਗਾ ਤਾਂ ਮੈਂ ਇੱਕ ਹੋਰ ਗੁਜ਼ਾਰਿਸ਼ ਕਰੂੰਗਾ ਕਿ ਸਾਰੀਆਂ ਮਸਜਿਦਾਂ ਦੇ ਵਿੱਚ ਤੁਸੀਂ CCTV ਕੈਮਰਾਜ਼ ਇੰਸਟਾਲ ਕਰਵਾਓ। ਅਗਰ ਕੋਈ ਵੀ ਐਸੀ ਕਿਉਂਕਿ ਕੋਈ ਹੁੱਲੜਬਾਜ਼ੀ ਕਰਦਾ ਜਾਂ ਹਥਿਆਰਾਂ ਦੀ ਨੁਮਾਇਸ਼ ਕਰਦਾ ਜਾਂ ਤੁਹਾਨੂੰ ਪ੍ਰਵੋਕ ਕਰਦਾ, ਤਾਂ ਹਰੇਕ ਬੰਦੇ ਦੇ ਕੋਲ ਮੋਬਾਈਲ ਅੱਜ ਕੱਲ੍ਹ, ਉਹ ਵੀਡੀਓ ਬਣਾਓ। ਉਹ ਜਿਹੜੀਆਂ ਵੀਡੀਓਜ਼ ਨੇ ਉਹ ਜਦੋਂ ਸਾਰੇ ਬਾਹਰ ਜਾਂਦੀਆਂ ਨੇ ਤਾਂ ਸਾਰੇ ਬਾਹਰ ਵੀ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਪਰਸੀਕਿਊਸ਼ਨ ਹੋ ਰਹੀ ਹੈ ਉੱਥੇ ਮਾਈਨੋਰਿਟੀਜ਼ ਦੀ। ਤਾਂ ਭਾਰਤ ਨੂੰ ਵੀ, ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਲੋਕ ਭਾਰਤ ਦੀ ਜਿਹੜੀ ਸੈਕੂਲਰ ਛਵੀ ਹੈ ਉਹਨੂੰ ਪੂਰੀ ਦੁਨੀਆ ਦੇ ਵਿੱਚ ਖਰਾਬ ਕਰਨ ਦੇ ਉੱਪਰ ਤੁਲੇ ਹੋਏ ਨੇ, ਜਦੋਂ ਇਹ ਵੀਡੀਓਜ਼ ਬਾਹਰ ਜਾਂਦੀਆਂ ਨੇ ਤਾਂ ਇਹਦੇ ਨਾਲ ਭਾਰਤ ਦੀ ਜਿਹੜੀ ਇੱਕ ਛਵੀ ਹੈ ਉਹ ਵੀ ਖਰਾਬ ਹੋ ਰਹੀ ਹੈ। ਇਸ ਲਈ ਸਾਰਿਆਂ ਨੂੰ ਮਿਲ ਜੁਲ ਕੇ ਇਸ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠਣ ਦੀ ਲੋੜ ਹੈ। ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਇਸ ਮੁਲਕ ਦੀ ਤਰੱਕੀ ਦੇ ਲਈ ਆਪਸ 'ਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਾਈਚਾਰੇ ਇਕੱਠੇ ਹੋ ਕੇ ਇਹਦੇ ਵਿੱਚ ਹਿੱਸਾ ਪਾਈਏ। ਕੋਈ ਇੱਕ ਦੂਸਰੇ ਨੂੰ ਅਗਰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦਾ ਨਤੀਜਾ ਸਿਵਾਏ ਤਬਾਹੀ ਤੋਂ ਹੋਰ ਕੁਝ ਨਹੀਂ ਨਿਕਲਣਾ। ਖੁੱਲਾ ਕੰਮ
ਲੈ ਲਈ ਬਸ ਫੋਟੋਆਂ ਲੈ ਲਈ 0789 ਆ ਬੜਾ ਦੇਖਣ ਦੀ ਗੱਲ ਇਹ ਹੈ ਕਿ ਵੱਡੇ ਪੱਧਰ ਤੇ ਮੁਸਲਮਾਨਾਂ ਦਾ ਇੱਕ ਰੋਸ ਮੁਜ਼ਾਹਰਾ ਜਿਹੜਾ ਕਿ ਪ੍ਰਸ਼ਾਸਨ ਨੂੰ ਬੇਨਤੀ ਆ ਗੱਡੀ ਪਰੇ ਕਰ ਦਿੱਤੀ ਜਾਵੇ ਕਿਉਂਕਿ ਲੋਕ ਥੋੜਾ ਸ਼ਾਂਤ ਖੜ ਜਾਂਦੇ ਕੀਤਾ ਜਾ ਰਿਹਾ ਹੈ ਪਰ ਮਲੇਰਕੋਟਲਾ ਪ੍ਰਸ਼ਾਸਨ ਦੀ ਪਹਿਲਾਂ ਵਾਂਗ ਹੀ ਅਣਦੇਖੀ ਦੇਖੀ ਜਾ ਰਹੀ ਹੈ। ਜਦੋਂ ਆਰਡਰ ਕਰਤਾ ਕਮਿਸ਼ਨਰ ਵੱਲੋਂ ਕਦੇ ਵੀ ਮੈਮੋਰੈਂਡਮ ਲੈਣ ਦੀ ਜਹਿਮਤੀ ਕੀਤੀ ਗਈ ਡਿਊਟੀ ਮੈਜਿਸਟ੍ਰੇਟ ਨੂੰ ਭੇਜ ਦਿੱਤਾ ਜਾਂਦਾ ਹੈ। ਇਹ ਲੋਕ ਜਿਹੜੇ ਨੰਬਰ ਦੀ ਰਾਜਨੀਤੀ ਕਰਦੇ ਨੇ ਸੁਪਰੀਮ ਕੋਰਟ ਦੀ ਪਹਿਲਾਂ ਤਲਾਹ ਹੁੰਦੀ ਹੈ ਕਿ ਤੁਸੀਂ ਆ ਕੇ ਲੋ ਐਡੇ ਬੜੇ ਮਾਮਲੇ ਦੀ ਜਿਹੜੀ ਅਸੀਂ ਇਸੇ ਗੱਲ ਨੂੰ ਅੱਜ ਹਾਈਲਾਈਟ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਨੀਂਦ ਚੋਂ ਜਗਾਉਣ ਵਾਸਤੇ ਅਸੀਂ ਇੱਕ ਰੋਸ ਮੁਜ਼ਾਹਰਾ ਤੇ ਰੱਖਿਆ ਸੀ ਕਿ ਜਿਹੜੇ ਆਏ ਦਿਨ ਮੁਸਲਮਾਨਾਂ ਦੇ ਉੱਪਰ ਹਮਲੇ ਹੋ ਰਹੇ ਨੇ, ਜਿਹੜੇ ਮਸਜਿਦਾਂ ਦੇ ਉੱਪਰ ਵੜ ਕੇ ਝੰਡੇ ਲਗਾਏ ਜਾ ਰਹੇ ਨੇ ਔਰ ਮਸਜਿਦਾਂ ਦੇ ਸਾਹਮਣੇ ਵੀ ਹਥਿਆਰ ਲਿਜਾ ਕੇ ਉੱਥੇ ਪ੍ਰਵੋਕ ਕੀਤਾ ਜਾ ਰਿਹਾ, ਉੱਥੇ ਮਾਹੌਲ ਦੇਸ਼ ਦਾ ਖਰਾਬ ਕੀਤਾ ਜਾ ਰਿਹਾ, ਉਹ ਚੀਜ਼ਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ। ਮੁਸਲਮਾਨਾਂ ਦੇ ਉੱਪਰ ਲਗਾਤਾਰ ਜਿਹੜੇ ਹੁਣ ਅਚਾਨਕ ਇਹ ਹਮਲੇ ਵਧੇ ਨੇ, ਉਹ ਵੀ ਸਾਨੂੰ ਪਤਾ ਕਿ ਜਿਹੜੇ ਹੁਣ ਗੁਜਰਾਤ ਦੇ ਵਿੱਚ ਇਲੈਕਸ਼ਨ ਆ ਰਿਹਾ ਜਾਂ 2024 ਦੇ ਵਿੱਚ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੋਣਾ ਹੈ, ਤਾਂ ਉਹਦੇ ਵਾਸਤੇ ਹੀ ਇਹ ਵਿਉਂਤਬੰਦੀ ਬਣਾਈ ਜਾ ਰਹੀ ਹੈ। ਅਸੀਂ ਇਸ ਚੀਜ਼ ਦੀ ਪੂਰੀ ਜ਼ੋਰ ਮੁਜ਼ੰਮਤ ਕਰਦੇ ਹਾਂ ਕਿ ਹਾਦੇ ਨਾਰੇ ਦੀ ਧਰਤੀ ਹੈ, ਹਮੇਸ਼ਾ ਤੋਂ ਇੱਥੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ। ਮੁਸਲਿਮ ਫੈਡਰੇਸ਼ਨ ਪੰਜਾਬ ਔਰ ਇੱਥੇ ਦੀਆਂ ਸਾਰੀਆਂ ਮੁਸਲਿਮ ਤਨਜ਼ੀਮਾਂ ਜਾਂ ਜਿਹੜੀਆਂ ਪਸੰਦ ਸਾਡੇ ਹਿੰਦੂ ਵੀਰਾਂ ਦੀਆਂ, ਸਿੱਖ ਵੀਰਾਂ ਦੀਆਂ ਜਿਹੜੀਆਂ ਤਨਜ਼ੀਮਾਂ ਨੇ, ਉਹ ਹਮੇਸ਼ਾ ਇਸ ਧਰਤੀ ਤੋਂ ਹਾਦਾ ਨਾਰਾ ਮਾਰਦੀਆਂ ਰਹੀਆਂ ਨੇ ਔਰ ਉਸੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਮੁਸਲਿਮ ਫੈਡਰੇਸ਼ਨ ਪੰਜਾਬ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਛੋਟੀ ਜੀ, ਕਿਉਂਕਿ ਰੋਜ਼ਿਆਂ ਦਾ ਮਹੀਨਾ ਔਰ ਰਮਜ਼ਾਨ ਦੇ ਜੁਮੇ ਦਾ ਅੱਜ ਰੋਜ਼ਾ ਹੈ, ਜਿਹਦੇ ਕਰਕੇ ਲੋਕ ਫਿਰ ਵੀ ਕਾਫੀ ਗਿਣਤੀ ਦੇ ਵਿੱਚ ਮੈਂ ਕਹੂੰਗਾ ਕਿ ਮੈਂ ਸ਼ੁਕਰੀਆ ਅਦਾ ਕਰਦਾ ਜਿਹੜੇ ਅਮਨ ਪਸੰਦ ਸ਼ਹਿਰੀ ਇੱਥੇ ਆ ਕੇ ਇਸ ਇਤਜਾਜ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ। ਮੈਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਔਰ ਇਹ ਵੀ ਮੈਂ ਅਪੀਲ ਕਰਦਾ ਕਿ ਸਾਰਿਆਂ ਨੂੰ ਸਾਨੂੰ ਇਕਜੁੱਟ ਹੋਣਾ ਪਊਗਾ। ਜਿਹੜੇ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਲੋਕਾਂ ਨੇ ਪੇਸ਼ ਹੋ ਕੇ ਉੱਥੇ ਬੁਲਡੋਜ਼ਰ ਰੁਕਵਾਏ ਨੇ, ਉਹ ਸਾਰੇ ਸਾਡੇ ਹਿੰਦੂ ਵੀਰ ਸੀਗੇ। ਸੰਜੇ ਹੇਗੜੇ ਸਾਹਿਬ, ਦੁਸ਼ਯੰਤ ਦਵੇ ਸਾਹਿਬ, ਕਪਿਲ ਸਿੱਬਲ ਸਾਹਿਬ, ਇਹਨਾਂ ਸਾਰਿਆਂ ਨੇ ਉੱਥੇ ਆਵਾਜ਼ ਚੱਕੀ ਹੈ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਕਿ ਅੱਗੇ ਆਈਏ। ਜਿਹੜੀ ਨਫ਼ਰਤ ਦੀ ਰਾਜਨੀਤੀ ਸਾਨੂੰ ਬਹੁਤ ਜ਼ਿਆਦਾ ਪਿੱਛੇ ਲੈ ਜੂਗੀ। ਸਾਡੇ ਆਲੇ ਦੁਆਲੇ ਦੇ ਹਾਲਾਤ ਦੇਖ ਲਈਏ ਕਿ ਸ਼੍ਰੀਲੰਕਾ ਵਰਗਾ ਮੁਲਕ ਦੇਖੋ ਰੁੜ ਗਿਆ ਹੁਣ ਪਿੱਛੇ, ਉੱਥੇ ਇੰਨਾ ਜ਼ਿਆਦਾ ਹਾਹਾਕਾਰ ਮਚੀ ਹੋਈ ਹੈ ਕਿ ਉਹ ਮੁਲਕ ਇੱਕ ਤਰ੍ਹਾਂ ਦਾ ਬਿਖਰ ਚੁੱਕਿਆ ਔਰ ਨਾਲ ਆਪਣਾ ਗੁਆਂਢੀ ਮੁਲਕ ਹੈ ਪਾਕਿਸਤਾਨ, ਉੱਥੇ ਦੇ ਹਾਲਾਤ ਦੇਖ ਲਓ। ਉਸ ਤੋਂ ਬਾਅਦ ਤੁਸੀਂ ਜਿਹੜੀ ਉੱਥੇ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਉਹ ਵੀ ਦੇਖ ਲਓ। ਪੂਰੇ ਮੁਲਕ ਦੇ ਵਿੱਚ, ਪੂਰੇ ਦੁਨੀਆ ਦੇ ਵਿੱਚ ਜਿਹੜੇ ਐਸੇ ਹਾਲਾਤ ਇਸ ਟਾਈਮ ਬਣੇ ਹੋਏ ਨੇ, ਤਾਂ ਅਸੀਂ ਘੱਟੋ ਘੱਟ ਆਪਣੇ ਦੇਸ਼ ਨੂੰ, ਇਸ ਦੇ ਮੁਲਕ ਦੇ ਭਾਈਚਾਰੇ ਨੂੰ, ਅਮਨ ਭਾਈਚਾਰੇ ਨੂੰ ਅਸੀਂ ਬਚਾ ਕੇ ਰੱਖੀਏ। ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਕਿਸੇ ਨੂੰ ਵੀ ਇਹ ਅਲਾਉ ਨਹੀਂ ਕਰ ਸਕਦੇ ਹੈਗੇ ਕਿ ਸਾਡੇ ਜਿਹੜੇ ਕਨਸਟੀਟਿਊਸ਼ਨਲ ਸਾਨੂੰ ਰਾਈਟਸ ਮਿਲੇ ਹੋਏ ਨੇ, ਸਾਡੇ ਸੰਵਿਧਾਨ ਨੇ ਸਾਨੂੰ ਘੱਟ ਗਿਣਤੀਆਂ ਨੂੰ ਜਿਹੜੇ ਸਾਨੂੰ ਔਰ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਹੱਕ ਦਿੱਤੇ ਹੋਏ ਨੇ, ਆਰਟੀਕਲ 14, 15, 19, 21, 8, 25 to 27 ਮੈਂ ਸਾਰਾ ਉੱਥੇ ਦੱਸ ਕੇ ਹਟਿਆ ਅੱਜ ਕਿ ਕਿਵੇਂ ਸਾਨੂੰ ਇਹ ਹੱਕ ਮਿਲੇ ਔਰ ਕਿਵੇਂ ਇਹ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਨੇ। ਤਾਂ ਇਹ ਉਸੇ ਸੰਵਿਧਾਨ ਦੇ ਤਹਿਤ ਹੀ ਇਹ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਬਣੇ ਬੈਠੇ ਨੇ, ਤਾਂ ਉਸੇ ਸੰਵਿਧਾਨ ਨੂੰ ਪ੍ਰੋਟੈਕਟ ਕਰਨਾ ਇਹਨਾਂ ਦਾ ਫਰਜ਼ ਬਣਦਾ ਔਰ ਅਸੀਂ ਇਨਸ਼ਾਅੱਲਾ ਤਾਲਾ ਇਹਨਾਂ ਨੂੰ ਉਹ ਯਾਦ ਦਿਲਾਉਂਦੇ ਰਹਾਂਗੇ ਜਦ ਤੱਕ ਕਿ ਜਾਗਦੇ ਨਹੀਂ ਹਾਂ। ਇਹਨਾਂ ਨੂੰ ਇਹਨਾਂ ਦਾ ਫਰਜ਼ ਅਸੀਂ ਯਾਦ ਕਰਾਉਂਦੇ ਰਹਾਂਗੇ, ਇੱਥੋਂ ਆਵਾਜ਼ ਚੱਕਦੇ ਰਹਾਂਗੇ ਇਨਸ਼ਾਅੱਲਾ, ਚਾਹੇ ਅਸੀਂ ਕੋਈ ਵੀ ਸਾਨੂੰ, ਠੀਕ ਹੈ, ਮੁਸਲਿਮ ਭਾਈਚਾਰੇ ਨੂੰ ਜਿੰਨਾ ਦਬਾਇਆ ਜਾ ਰਿਹਾ। ਮੈਂ ਇੱਕ ਗੁਜ਼ਾਰਿਸ਼ ਕਰੂੰਗਾ ਕਿ ਜਿਹੜੇ ਚੰਦ ਗਿਣਤੀ ਦੇ ਲੋਕ ਇਹ ਸੋਚ ਰੱਖੀ ਬੈਠੇ ਨੇ ਕਿ ਇਹਨਾਂ ਨੂੰ ਕਿਤੇ ਬਾਹਰ ਕੱਢ ਦਾਂਗੇ, ਤਾਂ 25 ਕਰੋੜ ਮੁਸਲਮਾਨ ਹੈ, ਇੱਕ 2, 4, 5 ਬੰਦੇ ਨਹੀਂ ਚਾਹ ਕੇ ਤੁਸੀਂ ਚੱਕ ਦੋਗੇ, ਤਾਂ ਤੁਸੀਂ ਇਹ ਬਹੁਤ ਬੜੇ ਭੁਲੇਖੇ ਦੇ ਵਿੱਚੋਂ ਜਿਹੜੇ ਐਸੀ ਜ਼ਹਿਨੀਅਤ ਰੱਖ ਰਹੇ ਨੇ। ਮਗਰ ਜਿਹੜੀ ਮੈਜੋਰਟੀ ਹੈ, ਮੈਨੂੰ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਮੁਲਕ ਦੇ ਵਿੱਚ ਪੈਦਾ ਹੋਇਆ। ਸਾਡੇ ਹਿੰਦੂ ਵੀਰਾਂ ਦਾ ਇਹ ਮੁਲਕ ਹੈ ਹਿੰਦੁਸਤਾਨ, ਜਿਹਦਾ ਨਾਮ ਹੈ, ਔਰ ਸਾਡਾ ਜਿਹੜਾ ਹਿੰਦੂ ਵੀਰ ਹੈ, ਜਿਹੜਾ ਹਿੰਦੂਇਜ਼ਮ ਹੈ, ਉਹ ਅਹਿੰਸਾ ਪਰਮੋ ਧਰਮਾ, ਉਹ ਅਹਿੰਸਾ ਨੂੰ ਸਭ ਤੋਂ ਉੱਪਰ ਮੰਨਦਾ। ਉਹ ਹਿੰਸਾ ਵਾਲਿਆਂ ਦਾ ਉਹਦੇ ਵਿੱਚ, ਧਰਮ ਦੇ ਵਿੱਚ ਕੋਈ ਸਥਾਨ ਨਹੀਂ ਹੈ। ਜਿਹੜਾ ਨਜਾਇਜ਼ ਕਿਸੇ ਦੇ ਉੱਪਰ, ਔਰਤਾਂ ਤੇ ਬੱਚਿਆਂ ਦੇ ਉੱਪਰ ਜਾਂ ਗਰੀਬਾਂ ਦੇ ਉੱਪਰ ਕੋਈ ਜ਼ੁਲਮ ਕਰੇ, ਉਹਨਾਂ ਦਾ ਇਸ ਮੁਲਕ ਦੇ ਵਿੱਚ ਨਾ ਸਾਡੀ ਮੈਜੋਰਿਟੀ ਜਿਹੜੀ ਹੈਗੀ ਇੱਥੇ ਦੀ, ਨਾ ਉਹਨਾਂ ਨੇ ਕਦੇ ਸਾਥ ਦਿੱਤਾ। ਸਦੀਆਂ ਤੋਂ ਅਸੀਂ ਇੱਥੇ ਇਕੱਠੇ, ਸਾਰੀਆਂ ਮਾਈਨੋਰਿਟੀਜ਼, ਹਿੰਦੂ, ਮੁਸਲਿਮ, ਸਿੱਖ, ਈਸਾਈ, ਅਸੀਂ ਇਕੱਠੇ ਇੱਥੇ ਰਹਿੰਦੇ ਆਏ ਹਾਂ ਔਰ ਇਨਸ਼ਾਅੱਲਾ ਅਸੀਂ ਇਸੇ ਮੁਲਕ ਨੂੰ ਉਸੇ ਤਰੀਕੇ ਦਾ ਗੁਲਦਸਤਾ ਜੋ ਸਦੀਆਂ ਤੋਂ ਸੀ, ਅਸੀਂ ਉਹੀ ਬਣਾ ਕੇ ਰੱਖਣਾ। ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਇਹਨੂੰ ਤੋੜਨ ਦੀ ਜਾਂ ਇਸ ਗੁਲਦਸਤੇ ਦੇ ਫੁੱਲਾਂ ਨੂੰ ਅਲੱਗ-ਅਲੱਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅਗਰ ਕੋਈ ਐਸੀ ਹਰਕਤ ਕਰੂਗਾ ਤਾਂ ਅਸੀਂ ਪਹਿਲਾਂ ਪੁਰਅਮਨ ਤਰੀਕੇ ਦੇ ਨਾਲ, ਜਿਵੇਂ ਹੁਣ ਅਸੀਂ ਇਤਜਾਜ ਕਰ ਰਹੇ ਹਾਂ, ਕਾਨੂੰਨੀ ਲੜਾਈ ਲੜ ਰਹੇ ਹਾਂ, ਅਸੀਂ ਉਸ ਤਰੀਕੇ ਨਾਲ ਕਾਨੂੰਨੀ ਲੜਾਈ ਲੜਾਂਗੇ।
ਅਗਰ ਫਿਰ ਵੀ ਕੋਈ ਵੀ ਅਗਰ ਐਸੀ ਕੋਈ ਘਟਨਾ ਹੁੰਦੀ ਹੈ ਤਾਂ ਮੈਂ ਕਹੂੰਗਾ ਇਹਦੀ ਜ਼ਿੰਮੇਵਾਰੀ ਅਗਰ ਕਿਤੇ ਕੱਲ ਨੂੰ ਇਹਨਾਂ ਨੂੰ ਛੂਟ ਦਿੱਤੀ ਜਾਂਦੀ ਔਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਜਿੱਥੇ ਵਾਇਲੈਂਸ ਹੋਈ ਵੀ ਹੈ ਉੱਥੇ ਇਕੱਲੇ ਮੁਸਲਿਮਸ ਨੂੰ ਟਾਰਗੇਟ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰ ਦਿੱਤੇ ਗਏ ਨੇ ਤਾਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਊਗਾ। ਅਸੀਂ ਪੁਰਅਮਨ ਤਰੀਕੇ ਦੇ ਨਾਲ ਇਸ ਜੰਗ ਨੂੰ ਲੜਾਂਗੇ ਇਨਸ਼ਾਅੱਲਾ ਔਰ ਜਿੱਤਾਂਗੇ ਵੀ। ਇਹ ਮੁਲਕ ਸਦੀਆਂ ਤੋਂ ਇਕੱਠੇ ਅਸੀਂ ਰਹਿੰਦੇ ਆਏ ਆ, ਇਹਦਾ ਭਾਈਚਾਰਾ ਜ਼ਿੰਦਾਬਾਦ ਸੀ ਔਰ ਇਸ ਮੁਲਕ ਦਾ ਭਾਈਚਾਰਾ ਜ਼ਿੰਦਾਬਾਦ ਰਹੂਗਾ। ਖਾਸ ਤੌਰ ਤੇ ਸਿੱਖ ਭਾਈਚਾਰਾ ਵੀ ਤੁਹਾਡੇ ਨਾਲ ਹੈ, ਕੀ ਕਹੋਗੇ? ਕਿਉਂਕਿ ਜਿਹੜਾ ਘੱਟ ਗਿਣਤੀਆਂ ਦੇ ਉੱਪਰ ਹਮਲਾ ਹੋ ਰਿਹਾ ਅਸਲ ਦੇ ਵਿੱਚ ਇਹ ਇਕੱਲੇ ਮੁਸਲਮਾਨਾਂ ਦੇ ਉੱਪਰ ਨਹੀਂ। ਇਸ ਟਾਈਮ ਜਿਹੜਾ ਇਕੱਲੇ ਮੁਸਲਮਾਨਾਂ ਨੂੰ ਹੀ ਨਹੀਂ ਟਾਰਗੇਟ ਕੀਤਾ, ਨਾਲ ਦੀ ਨਾਲ ਸਿੱਖਾਂ ਤੇ ਘੱਟ ਗਿਣਤੀਆਂ ਨੂੰ, ਹੋਰ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਪਰ ਭਾਜਪਾ ਦਾ ਜਿਹੜਾ ਮੁੱਖ ਏਜੰਡਾ ਹੋਏ ਆ ਕਿ ਜਦੋਂ ਇੱਕ ਫਿਰਕੇ ਦੇ ਉੱਪਰ ਉਹ ਹਮਲਾ ਕਰਦੇ ਨੇ ਤਾਂ ਬਾਕੀਆਂ ਨੂੰ ਇਹ ਗੱਲ ਤੋੜ ਦਿੰਦੇ ਨੇ ਕਿ ਇਹ ਸਿਰਫ ਮੁਸਲਮਾਨਾਂ ਦਾ ਮਸਲਾ। ਪਰ ਹੁਣ ਜਿਹੜੇ ਦੇਸ਼ ਦੇ ਲੋਕ ਨੇ ਉਹ ਜਾਣ ਚੁੱਕੇ ਨੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਿਸਾਨਾਂ ਦੇ ਉੱਪਰ ਵੀ ਹਮਲਾ ਕੀਤਾ ਉਦੋਂ ਵੀ ਦਿੱਲੀ ਦੇ ਵਿੱਚ ਮੁਸਲਿਮ ਮਜ਼ਦੂਰ ਕਿਸਾਨ ਨੌਜਵਾਨਾਂ ਨੇ ਸਾਂਝਾ ਹੋ ਕੇ ਜਿਹੜਾ ਮੁੱਦੀ ਦਾ ਨਾਕਾ ਜਿਹੜਾ ਉਹ ਮੋੜਿਆ। ਇਹ ਤੋਂ ਬਿਨਾਂ ਜਿਹੜਾ ਮਜ਼ਦੂਰਾਂ ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਜਾ ਰਿਹਾ ਤੇ ਹੁਣ ਮੁਸਲਮਾਨਾਂ ਦੇ ਉੱਪਰ ਜਿਹੜਾ ਜਹਾਂਗੀਰਪੁਰੀ ਦੇ ਵਿੱਚ ਹੋਇਆ, ਉਹ ਸਾਰੀ ਦੁਨੀਆ ਨੇ ਦੇਖਿਆ ਗਾ ਕਿ ਜਿਹੜਾ ਵੱਧ ਤੋਂ ਬੱਤਰ ਹਾਲਾਤ ਨੇ ਜਿਹੜੇ ਉੱਥੇ ਉਹਨਾਂ ਨੇ ਬਣਾਏ ਨੇ। ਸਾਰੇ ਸੰਵਿਧਾਨਕ ਹੱਕਾਂ ਨੂੰ ਸਿੱਕੇ ਟੰਗ ਕੇ ਇੱਕ ਪਾਸੇ ਰੱਖ ਕੇ ਉਹਨਾਂ ਨੇ ਜਿਹੜੇ ਉੱਥੇ ਹਮਲੇ ਨੇ ਉਹ ਕੀਤੇ ਨੇ। 98% ਜਿਹੜੇ ਗ੍ਰਿਫਤਾਰ ਨੇ ਉਹ ਇਸ ਟਾਈਮ ਮੁਸਲਮਾਨ ਲੋਕ ਹੀ ਕੀਤੇ ਹੋਏ ਨੇ। ਯੂਪੀ ਦੇ ਵਿੱਚ ਜਿਹੜਾ ਜਗ੍ਹਾ ਦੇ ਨਾਂ ਬਦਲੇ ਜਾ ਰਹੇ ਨੇ, ਮੁਸਲਿਮ ਜਗ੍ਹਾ ਦੇ ਨਾਂ ਦੇ ਉੱਪਰ ਸੀ ਉਹਨਾਂ ਦੇ ਲਗਾਤਾਰ ਨਾਂ ਬਦਲ ਕੇ ਸਰੇਆਮ ਜਿਹੜਾ ਨਾਂ ਹੋਰ ਰੱਖੇ ਜਾ ਰਹੇ ਨੇ ਹਿੰਦੂ ਧਰਮ ਦੇ ਉੱਪਰ। ਤੇ ਕਰਨਾਟਕਾ ਦੇ ਵਿੱਚ ਜਿੱਥੇ ਹਿਜਾਬ ਦੇ ਉੱਪਰ ਪਾਬੰਦੀ ਲੱਗੀ ਆ ਉੱਥੇ ਦਸਤਾਰ ਦੇ ਉੱਪਰ ਵੀ ਪਾਬੰਦੀ ਲੱਗੀ ਆ। ਤਾਂ ਫਿਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਦੇਸ਼ ਦੇ ਲੋਕ ਇਹ ਜਾਣ ਚੁੱਕੇ ਨੇ ਕਿ ਜੇ ਅੱਜ ਮੁਸਲਮਾਨਾਂ ਦੇ ਉੱਪਰ ਇਹ ਗੱਲ ਆਈ ਆ, ਅੱਜ ਮਸਜਿਦ ਦੇ ਉੱਪਰ ਇਹ ਗੱਲ ਆਈ ਆ, ਤਾਂ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਗੁਰਦੁਆਰਿਆਂ ਦੇ ਉੱਪਰ ਵੀ ਇਹ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਆਉਣੀ ਆ। ਅਤੇ ਉਸ ਨੂੰ ਰੋਕਣ ਵਾਸਤੇ ਅੱਜ ਅਸੀਂ ਇਹ ਗੱਲ ਦੀ ਉਡੀਕ ਨਹੀਂ ਕਰਾਂਗੇ ਕਿ ਉਹ ਗੁਰਦੁਆਰਿਆਂ ਵੱਲ ਆਉਣਗੇ, ਅਸੀਂ ਫੇਰ ਵਧਾਂਗੇ। ਅਸੀਂ ਇਸ ਟਾਈਮ ਮੁਸਲਮਾਨ ਵੀਰਾਂ ਦੇ ਨਾਲ ਆ। ਜੇਕਰ ਉਹ ਮਸਜਿਦ ਦੇ ਉੱਪਰ ਵੱਲ ਨੂੰ ਆਉਣਗੇ ਤਾਂ ਅਸੀਂ ਮਸਜਿਦ ਨੂੰ ਵੀ ਉਹਨਾਂ ਜਿਹੜਾ ਆਪਣਾ ਸਮਝ ਕੇ ਜਾਵਾਂਗੇ ਜਿੰਨਾ ਸਾਡੇ ਲਈ ਗੁਰਦੁਆਰਾ। ਸੋ ਇਹਦੇ ਲਈ ਜਦੋਂ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੋ ਰਹੇ ਨੇ, ਅਸੀਂ ਕੋਈ ਇਹ ਨਹੀਂ ਹੈ ਕਿ ਇਕੱਲੇ ਮੁਸਲਮਾਨਾਂ ਨੂੰ, ਅਸੀਂ ਚਾਹੁੰਦੇ ਹਾਂ ਕਿ ਲੋਕ ਨੇ ਜਿਹੜੇ ਗੁਲਦਸਤੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਜੇ ਰਹਿਣ। ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿ ਸਾਰੇ ਨੇ ਜਿਹੜੇ ਇੱਕੋ ਰੰਗ ਦੇ ਵਿੱਚ ਰੰਗੇ ਜਾਣ, ਕਿਉਂਕਿ ਜਿੱਥੇ ਘੱਟ ਗਿਣਤੀਆਂ ਮੁਸਲਮ ਅਤੇ ਦਲਿਤ ਹੋਰ ਆਦੀਵਾਸੀਆਂ ਨੂੰ ਖਤਰਾ, ਉੱਥੇ ਹੀ ਹਿੰਦੂਆਂ ਨੂੰ ਵੀ ਖਤਰਾ ਗਾ। ਸੋ ਇੱਕ ਜਿਹੜੀ ਇਹ ਫਿਰਕਾ ਪ੍ਰਸਤੀ ਫੈਲਾਈ ਜਾ ਰਹੀ ਆ, ਅਸੀਂ ਇਹ ਫਿਰਕਾ ਪ੍ਰਸਤੀ ਦੇ ਖਿਲਾਫ ਆ। ਕਿਉਂਕਿ ਜਦੋਂ ਦੀ ਭਾਜਪਾ ਤੇ ਇਹ RSS ਦੀ ਸਰਕਾਰ ਆਈ ਆ ਉਦੋਂ ਤੋਂ ਹੀ ਜਿਹੜੇ ਇਹਦੇ ਬੀਜ ਨੇ ਉਹ ਪਣਪੇ ਗਏ ਨੇ। ਉਸ ਤੋਂ ਬਾਅਦ ਅਜਿਹੇ ਹਮਲੇ ਨੇ ਜਿਹੜੇ ਹੁਣੇ ਸਟਾਰਟ ਹੋਏ ਨੇ। ਉਸ ਤੋਂ ਪਹਿਲਾਂ ਦੇ ਲੋਕ ਨੇ ਜਿਹੜੇ ਪੂਰੇ ਅਮਨ ਅਮਾਨ ਦੇ ਨਾਲ ਜਿਹੜਾ ਰਹਿੰਦੇ ਰਹੇ ਨੇ। ਅਜਿਹਾ ਕੁਝ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ ਹੈਗਾ। ਬਾਬਰੀ ਮਸਜਿਦ ਵੀ ਉਸ ਤੋਂ ਬਾਅਦ ਹੀ ਢਾਈ ਜਾਂਦੀ ਆ। ਦਲਿਤਾਂ ਦੇ ਜਿਹੜੇ ਹੋਰ ਕੇਸ ਨੇ ਉਹ ਵੀ ਇਸ ਤੋਂ ਬਾਅਦ ਹੀ ਖੋਲ੍ਹੇ ਜਾਂਦੇ ਨੇ। ਕਿਉਂਕਿ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ। ਅੱਜ ਜਿਸ ਜੇਲ੍ਹ ਦੇ ਵਿੱਚ ਉਮਰ ਖਾਲਿਦ ਆ, ਉਸੇ ਜੇਲ੍ਹ ਦੇ ਵਿੱਚ ਰੋਨਾ ਵਿਲਸਨ ਆ। ਉਸੇ ਜੇਲ੍ਹ ਦੇ ਵਿੱਚ ਜਿਹੜਾ ਉਮਰ ਖਾਲਿਦ ਦੇ ਨਾਲ ਜਿਹੜਾ ਦਵਿੰਦਰਪਾਲ ਭੁੱਲਰ ਵੀ ਆ। ਸੋ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਆ ਕਿ ਇੱਕ ਫਿਰਕੇ ਦੇ ਉੱਪਰ ਅਟੈਕ ਕਰਕੇ ਬਾਕੀ ਨੂੰ ਉਹਦੇ ਨਾਲ ਤੋੜਦੇ ਨੇ। ਇਸ ਨੂੰ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਅਸੀਂ ਮੁਸਲਮਾਨਾਂ ਦੇ ਅਤੇ ਘੱਟ ਗਿਣਤੀਆਂ ਦੇ ਜਿਹੜੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਖੜੇ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਐਲਾਨ ਕਰਦੇ ਹਾਂ ਕਿ ਜਹਾਂਗੀਰਪੁਰੀ ਵਰਗੀ ਘਟਨਾ ਜੇ ਪੰਜਾਬ ਦੇ ਵਿੱਚ ਨਾ ਵਾਪਰੇ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਵੀ ਮਸਜਿਦ ਦੇ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ ਸੀ, ਇੱਕ ਤਰੀਕੇ ਨਾਲ ਕੋਸ਼ਿਸ਼ ਆ ਜਿਹੜੀ ਕੀਤੀ ਗਈ ਸੀ। ਸੋ ਇਹਦੇ ਖਿਲਾਫ ਅਸੀਂ ਸਮੂਹ ਭਾਈਚਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਈਏ ਤੇ ਇਹ ਸੰਘ ਦਾ ਜਿਹੜਾ ਨਾਕਾ ਹੋਵੇ। ਇੱਕ ਮਿੰਟ ਦਾ ਦਾਇਰਾ ਖੋਲ ਲੈ ਥੋੜਾ ਪਿੱਛੇ ਮੜੀ ਆਈਡੀ ਸਾਈਡ ਥੋੜਾ ਦੋਸ਼ੀ ਹੋਏ ਨਾਲ ਘੱਟ ਗਿਣਤੀਆਂ ਦੇ ਉੱਪਰ ਜਿਹੜੇ ਲਗਾਤਾਰ ਹਮਲੇ ਹੋ ਰਹੇ ਨੇ ਉਹਨੂੰ ਰੋਕਣ ਵਾਸਤੇ ਕੋਈ ਠੋਸ ਕਦਮ ਚੁੱਕਣ ਵਾਸਤੇ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ। ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ
ਸਾਨੂੰ ਇੱਥੇ ਜੀਣ ਦੇ ਭਾਰਤ ਦੇ ਵਿੱਚ ਹੱਕ ਮਿਲੇ ਨੇ, ਸਾਡੇ ਫੰਡਾਮੈਂਟਲ ਰਾਈਟਸ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਇਹਦੇ ਵਿੱਚ ਇੱਕ ਮੰਗ ਕੀਤੀ ਹੈ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨੂੰ ਉੱਥੇ ਤੱਕ ਪਹੁੰਚਾ ਕੇ ਤਾਂ ਇਨਸ਼ਾਅੱਲਾ ਇਹਦੇ ਉੱਪਰ ਜ਼ਰੂਰ ਕਾਰਵਾਈ ਕਰੋ। ਮੈਂ ਆਪ ਜੀ ਵੱਲੋਂ ਦਿੱਤਾ ਗਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਮੇਰੇ ਕੋਲ ਜ਼ਰੂਰ ਪਹੁੰਚਵਾ ਦਿਓ। ਔਰ ਅੱਗੇ ਤੁਸੀਂ ਫਾਰਮ ਮੈਂ ਕਹਾਂ ਜ਼ਰੂਰ ਕਰਾਂਗੇ, ਜ਼ਰੂਰ ਇਹ ਲੱਗਦਾ ਹੈ ਨਹੀਂ ਮੈਂ ਇੱਕ ਰੋਕ ਕੇ ਕਰ ਲਓ, ਇੱਕ ਮਿੰਟ ਰੋਕ ਕੇ ਕਰ ਲਓ ਸਰ ਜੀ, 1 ਮਿੰਟ ਸਰ, 1 ਮਿੰਟ ਰੁਕ ਜਾਓ ਜੀ। ਭਾਈ ਇੱਕ ਮਿੰਟ ਮੈਂ ਦਿੱਤਾ ਸਾਰਿਆਂ ਦਾ ਉਹ ਕੈਮਰਾ ਬਸ। ਹਾਂਜੀ ਸਰ, ਅੱਜ ਕਿਸ ਚੀਜ਼ ਨੂੰ ਲੈ ਕੇ ਤੁਸੀਂ ਨੇ ਮਤਲਬ ਇਹ ਆਪਣਾ ਜੋ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ, ਤਾਂ ਕਿਸ ਨੇ ਕੀਤਾ ਹੈ? ਇਹ ਸਾਡੀ ਮਜਬੂਰੀ ਸੀ।